ਵੈਲਕਮ ਬੈਕ एवरीवन टू द ऑनलाइन प्लेटफॉर्म ऑफ मिक्स ओवरसीज राजे। सो ਆਪਾਂ ਜਿਹੜੀਆਂ ਹੈਗੀਆਂ ਲੇਟਰ ਕਲਾਸਿਸ ਦੇ ਵਿੱਚ ਵੀ ਹੈਵ ਬੀਨ ਡਿਸਕਸਿੰਗ ਅਬਾਊਟ ਦ ਸੈਂਟੈਂਸ ਫਾਰਮੇਸ਼ਨ। ਆਪਾਂ ਨੇ ਜਿਹੜਾ ਹੈਗਾ ਡਿਸਕਸ ਕੀਤਾ ਸੀਗਾ ਕਿ ਆਪਣੇ ਕੋਲੇ ਜਿਹੜੇ ਹੈਗੇ ਆ ਸੈਂਟੈਂਸ ਫਾਰਮੇਸ਼ਨ ਆਪਾਂ ਕਿੱਦਾਂ ਡਿਸਕਸ ਕਰਨੀ ਹੈਗੀ ਆ, ਤੁਹਾਡੇ ਕੰਪਲੈਕਸ ਸੈਂਟੈਂਸਸ ਕਿੱਦਾਂ ਦੇ ਹੁੰਦੇ ਆ, ਤੁਹਾਡੇ ਕੰਪਾਊਂਡ ਸੈਂਟੈਂਸਸ ਕਿੱਦਾਂ ਦੇ ਹੁੰਦੇ ਆ, ਸਿੰਪਲ ਸੈਂਟੈਂਸ ਤੇ ਚਲੋ ਆਪਾਂ ਸਾਰੇ ਬਣਾਉਂਦੇ ਹੀ ਰਹਿੰਦੇ ਆ ਹਨਾ। ਸੋ ਆਪਾਂ ਜਿਹੜਾ ਹੈਗਾ ਉਸੇ ਸੀਰੀਜ਼ ਦੇ ਵਿੱਚ ਅੱਗੇ ਆਪਣਾ ਜਿਹੜੀ ਹੈਗੀ ਆ ਅੱਜ ਦਾ ਸੈਸ਼ਨ ਬੇਸਿਕਲੀ ਲਾਸਟ ਸੈਸ਼ਨ ਹੈਗਾ। ਸੋ ਅੱਜ ਦੀ ਸੈਂਟੈਂਸ ਜਿਹੜੀ ਹੈਗੀ ਆ ਅੱਜ ਦੀ ਕਲਾਸ ਦੇ ਵਿੱਚ ਆਈ ਵਿਲ ਬੀ ਡਿਸਕਸਿੰਗ ਯੂ ਕਿ ਆਪਣੀ ਜਿਹੜੀ ਸੈਂਟੈਂਸ ਫਾਰਮੇਸ਼ਨ ਹੈਗੀ ਆ ਕੰਪਲੈਕਸ ਕੰਪਾਊਂਡ ਸਟਰਕਚਰਸ ਕਿਵੇਂ ਬਣਾਉਣੀ ਆ। ਕੰਪਲੈਕਸ ਕੰਪਾਊਂਡ ਤੋਂ ਮੇਰਾ ਕੀ ਮਤਲਬ ਹੈ, ਕੋਈ ਐਦਾਂ ਦੀ ਸੈਂਟੈਂਸ ਫਾਰਮੇਸ਼ਨ ਜਿਹੜੀ ਕੰਪਲੈਕਸ ਵੀ ਸੈਂਟੈਂਸ ਬਣਾਉਂਦੀ ਹੋਵੇ, ਜਿਹਦੇ ਚ ਕੰਪਾਊਂਡ ਸੈਂਟੈਂਸਸ ਵੀ ਮੇਰੇ ਕੋਲ ਹੋਣ ਤੇ ਉਹਨਾਂ ਦਾ ਜਿਹੜਾ ਕੰਬੀਨੇਸ਼ਨ ਬਣੂਗਾ ਉਹਨੂੰ ਮੈਂ ਕੀ ਕਹਿ ਦਿੰਦੀ ਆ, ਕੰਪਲੈਕਸ ਕੰਪਾਊਂਡ ਸਟਰਕਚਰਸ, ਰਾਈਟ। ਸੋ ਇਹਦੇ ਵੀ ਆਪਣੇ ਕੋਲੇ ਮਾਰਕਸ ਹੈਗੇ ਆ। ਆਪਾਂ ਕੋਸ਼ਿਸ਼ ਕਰਨਾ ਹੈ ਕਿ ਕਮ ਸੇ ਕਮ ਟਾਸਕ 1 ਦੇ ਵਿੱਚ 1 ਤੇ ਟਾਸਕ 2 ਦੇ ਵਿੱਚ 2 ਤੋਂ 3 ਸਟਰਕਚਰਸ ਜਿਹੜੀਆਂ ਹੈਗੀਆਂ ਆਪਾਂ CCS ਬਣਾਈਏ, ਕੰਪਲੈਕਸ ਕੰਪਾਊਂਡ ਬਣਾਈਏ। ਹੁਣ ਦੇਖੋ ਆਪਾਂ ਨੇ ਕੀ ਕੀਤਾ ਸੀ ਹੁਣ ਤੱਕ, ਆਪਾਂ ਕਿਹਾ ਸੀ ਕਿ ਸਾਡੇ ਕੋਲੇ ਕੰਪਾਊਂਡ ਸੈਂਟੈਂਸਸ ਉਹ ਵਾਲੇ ਸੈਂਟੈਂਸਸ ਹੈਗੇ ਆ ਜਿਹਦੇ ਵਿੱਚ ਫਸਟ ਕਲੌਜ਼ ਵੀ ਆਪਣੇ ਕੋਲੇ ਇੰਡੀਪੈਂਡੈਂਟ ਕਲੌਜ਼ ਆ, ਸੈਕਿੰਡ ਕਲੌਜ਼ ਵੀ ਤੁਹਾਡਾ ਜਿਹੜਾ ਹੈਗਾ ਇੰਡੀਪੈਂਡੈਂਟ ਕਲੌਜ਼ ਹੈ, ਤੇ ਇਹਨਾਂ ਦੋਨਾਂ ਕਲੌਜ਼ਸ ਨੂੰ ਤੁਸੀਂ ਐਡ ਕੀਤਾ ਸੀਗਾ ਫੈਨ ਬॉयਜ਼ ਨਾਲ, ਰਾਈਟ। ਸੋ ਆਹ ਚੀਜ਼ ਆਪਾਂ ਨੇ ਡਿਸਕਸ ਕੀਤੀ ਸੀ ਤੇ ਆਪਾਂ ਕਿਹਾ ਸੀ ਕਿ ਫੈਨ ਬॉयਜ਼ ਤੋਂ ਪਹਿਲਾਂ ਆਪਾਂ ਨੇ ਕੀ ਐਡ ਕਰਨਾ ਹੈਗਾ, ਕੌਮਾ ਐਡ ਕਰਨਾ ਹੈ ਹਨਾ। ਸੋ ਆਹ ਚੀਜ਼ ਆਪਾਂ ਡਿਸਕਸ ਕਰ ਲਈ। ਫਿਰ ਆਪਾਂ ਗੱਲ ਕੀਤੀ ਸੀ ਕੰਪਲੈਕਸ ਸੈਂਟੈਂਸਸ ਦੀ। ਮੈਂ ਕਿਹਾ ਵੀ ਕੰਪਲੈਕਸ ਸੈਂਟੈਂਸਸ ਉਹ ਵਾਲੇ ਸੈਂਟੈਂਸਸ ਹੁੰਦੇ ਆ ਜਿਹਦੇ ਵਿੱਚ ਫਸਟ ਇੱਕ ਕਲੌਜ਼ ਮੇਰੇ ਕੋਲੇ ਡਿਪੈਂਡੈਂਟ ਕਲੌਜ਼ ਹੁੰਦਾ ਆ, ਇੱਕ ਕਲੌਜ਼ ਜਿਹੜਾ ਹੈਗਾ ਸੈਕਿੰਡ ਕਲੌਜ਼ ਆਈਡ ਸੇ ਮੇਰੇ ਕੋਲੇ ਇੰਡੀਪੈਂਡੈਂਟ ਕਲੌਜ਼ ਆ ਹਨਾ। ਫਿਰ ਮੈਂ ਤੁਹਾਨੂੰ ਜਿਹੜਾ ਹੈਗਾ ਪੰਕਚੁਏਸ਼ਨ ਮਾਰਕ ਦਾ ਰੂਲ ਦੱਸਿਆ ਸੀ ਕਿ ਅਗਰ ਫਸਟ ਪਲੇਸ ਤੇ ਡਿਪੈਂਡੈਂਟ ਕਲੌਜ਼ ਹੈਗਾ ਤਾਂ ਤੁਸੀਂ ਇੱਥੇ ਜਿਹੜਾ ਹੈਗਾ ਕੌਮਾ ਐਡ ਕਰੋਗੇ। ਜੇਕਰ ਆਪਣੇ ਕੋਲੇ ਫਸਟ ਪਲੇਸ ਦੇ ਉੱਤੇ ਜਿਹੜਾ ਹੈਗਾ ਇੰਡੀਪੈਂਡੈਂਟ ਕਲੌਜ਼ ਹੈਗਾ ਤੇ ਸੈਕਿੰਡ ਪਲੇਸ ਦੇ ਉੱਤੇ ਆਪਣੇ ਕੋਲੇ ਡਿਪੈਂਡੈਂਟ ਕਲੌਜ਼ ਹੈ ਤਾਂ ਉਸ ਕੇਸ ਸਿਨੈਰੀਓ ਦੇ ਵਿੱਚ देयर विल बी नो ਕੌਮਾ ਹਨਾ। ਆਪਾਂ ਆ ਚੀਜ਼ ਆਲਰੇਡੀ ਜਿਹੜੀ ਹੈਗੀ ਆ ਡਿਸਕਸ਼ਨ ਕਰ ਚੁੱਕੇ ਹੈਗੇ ਆ, ਡੀਲ ਕਰ ਚੁੱਕੇ ਆ। ਹੁਣ ਆਪਾਂ ਜਿਹੜੀ ਅੱਜ ਸੈਂਟੈਂਸ ਫਾਰਮੇਸ਼ਨ ਕਰਨੀ ਆ ਉਹ ਕੰਪਲੈਕਸ ਕੰਪਾਊਂਡ ਆ ਹਨਾ। ਕੰਪਲੈਕਸ ਸਟਰਕਚਰ ਵੀ ਹੋਊਗੀ, ਉਹਦੇ ਚ ਕੰਪਾਊਂਡ ਵੀ ਹੋਊਗੀ। ਹੁਣ ਦੇਖੋ ਇਹਦਾ ਕੀ ਮਤਲਬ ਹੋ ਗਿਆ ਕਿ ਮੈਂ ਇਹ ਕਹਿਣੀ ਹੁੰਨੀ ਆ ਕਿ ਜਿਹੜੀ ਸਟਰਕਚਰ ਮੇਰੇ ਕੋਲੇ ਕਾਹਦੇ ਚ ਆ ਗਈ, ਅਗਰ ਮੈਂ ਗੱਲ ਕਰ ਰਹੀ ਹੂੰ ਕੰਪਲੈਕਸ ਕੰਪਾਊਂਡ ਸਟਰਕਚਰ ਦੀ ਤਾਂ ਉਸ ਕੇਸ ਸਿਨੈਰੀਓ ਦੇ ਵਿੱਚ ਮੇਰੇ ਕੋਲੇ ਕੀ ਹੋਊਗਾ, ਮੇਰੇ ਕੋਲੇ ਇੱਕ ਕਲੌਜ਼ ਡਿਪੈਂਡੈਂਟ ਹੋਊਗਾ, ਠੀਕ ਹੈ, ਪਲੱਸ ਮੇਰੇ ਕੋਲੇ 2 ਕਲੌਜ਼ਸ ਹੋਣਗੇ ਜਿਹੜੇ ਕੀ ਹੋਣਗੇ ਇੰਡੀਪੈਂਡੈਂਟ ਹੋਣਗੇ ਹਨਾ। ਮੇਰੇ ਕੋਲੇ 2 ਕਲੌਜ਼ਸ ਕੀ ਹੈਗੇ ਆ, ਇੰਡੀਪੈਂਡੈਂਟ ਕਲੌਜ਼ ਨੇ, ਤੇ ਇੱਕ ਕਲੌਜ਼ ਜਿਹੜਾ ਹੈਗਾ ਉਹ ਮੇਰੇ ਕੋਲ ਡਿਪੈਂਡੈਂਟ ਕਲੌਜ਼ ਆ। ਮਤਲਬ ਕੀ ਹੈ, CCS ਸਟਰਕਚਰ ਦੇ ਵਿੱਚ ਮੇਰੇ ਕੋਲੇ ਟੋਟਲ ਨੰਬਰ ਆਫ ਕਲੌਜ਼ਸ ਕਿੰਨੇ ਹੋ ਗਏ, 10 ਕਲੌਜ਼ਸ ਹੋ ਗਏ, ਠੀਕ ਆ। ਹੁਣ ਮੈਂ ਇਹਦੇ ਚ ਇਹ ਚੀਜ਼ ਡਿਸਕਸ ਕਰਨੀ ਹੈਗੀ ਆ ਕਿ ਪੰਕਚੁਏਸ਼ਨ ਮਾਰਕ ਦਾ ਰੂਲ ਕਿਵੇਂ ਲੱਗੂਗਾ, ਕਦੋਂ ਮੇਰੇ ਕੋਲ ਕੌਮਾ ਲੱਗੂਗਾ, ਕਦੋਂ ਮੇਰੇ ਕੋਲ ਕੌਮਾ ਨਹੀਂ ਲੱਗੂਗਾ ਹਨਾ। ਤੁਸੀਂ ਇੰਨਾ ਤਾਂ ਧਿਆਨ ਚ ਦੇਤਾ ਕਿ ਇੱਥੇ ਜਿਹੜੇ ਹੈਗੇ ਆਪਾਂ ਕੱਲ ਵਾਲੀਆਂ ਸਟਰਕਚਰਸ ਪੜ੍ਹੀਆਂ ਸੀ ਪਲੱਸ ਜਿਹੜੀਆਂ ਆਪਾਂ ਪਰਸੋਂ ਵਾਲੀਆਂ ਮਤਲਬ ਜਿਹੜੀ ਹੈਗੀ ਸੈਕਿੰਡ ਜਾਂ ਥਰਡ ਕਲਾਸ 'ਚ ਜਿਹੜੀਆਂ ਸਟਰਕਚਰਸ ਪੜ੍ਹੀਆਂ ਉਹ ਸਾਰੀਆਂ ਨੂੰ ਤੁਸੀਂ ਕੀ ਕਰਨਾ ਹੈ, ਐਡ ਕਰਨਾ ਹੈ ਹਨਾ। ਹੁਣ ਆਪਣੇ ਕੋਲੇ ਪੋਜੀਸ਼ਨ ਵਾਈਜ਼ ਆ ਜਾਓ ਕਿ ਆਪਾਂ ਪੋਜੀਸ਼ਨ ਵਾਈਜ਼ ਜਿਹੜਾ ਹੈਗਾ ਪੰਕਚੁਏਸ਼ਨ ਮਾਰਕ ਨੂੰ ਕਿੱਦਾਂ ਸਟੱਡੀ ਕਰਨਾ ਹੈ, ਕਿੱਥੇ ਪੰਕਚੁਏਸ਼ਨ ਮਾਰਕ ਲੱਗਣਾ ਆ, ਕਿੱਥੇ ਨਹੀਂ ਲੱਗਣਾ, ਠੀਕ ਹੈ। ਸੋ ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਡਿਸਕਸ ਨਾਓ। ਹੁਣ ਜਿੱਦਾਂ ਆਪਾਂ ਕਿਹਾ ਕਿ ਇਹਨਾਂ ਦੇ ਵਿੱਚ ਜੇਕਰ ਕੇਸ 1 ਕੀ ਆ ਗਿਆ, ਹੁਣ ਦੇਖੋ ਮੈਂ ਕੇਸਿਸ ਬਣਾਏ ਹੋਏ ਆ, 3 ਕੇਸ ਹੋ ਸਕਦੇ ਆ ਓਬਵੀਅਸਲੀ। ਡਿਪੈਂਡੈਂਟ ਕਲੌਜ਼ ਹੈ, ਡਿਪੈਂਡੈਂਟ ਕਲੌਜ਼ 3 ਪੋਜੀਸ਼ਨ ਤੇ ਹੋ ਸਕਦਾ, ਫਸਟ ਤੇ, ਸੈਕਿੰਡ ਤੇ ਜਾਂ ਥਰਡ ਤੇ ਹਨਾ। ਇੰਡੀਪੈਂਡੈਂਟ ਤੇ ਜਿੱਥੇ ਮਰਜ਼ੀ ਆ ਜਾਣ, ਕੋਈ ਮਸਲਾ ਨਹੀਂ ਹੈਗਾ। ਸੋ ਹੁਣ ਮੈਂ ਡਿਪੈਂਡੈਂਟ ਕਲੌਜ਼ ਨੂੰ ਫਸਟ ਪੋਜੀਸ਼ਨ ਤੇ ਆਇਆ ਫਿਰ ਕੀ ਹੋਊਗਾ, ਸੈਕਿੰਡ ਪੋਜੀਸ਼ਨ ਤੇ ਆਇਆ ਫਿਰ ਕੀ ਹੋਊਗਾ, ਥਰਡ ਪੋਜੀਸ਼ਨ ਤੇ ਆਇਆ ਫਿਰ ਕੀ ਹੋਊਗਾ, ਉੱਥੇ ਕਿਵੇਂ ਤੁਸੀਂ ਪੰਕਚੁਏਸ਼ਨ ਮਾਰਕ ਦਾ ਧਿਆਨ ਰੱਖਣਾ ਆ, ਆਪਾਂ ਹੁਣ ਉਹ ਚੀਜ਼ ਦੇਖਣੀ ਆ, ਠੀਕ ਹੈ। ਹੁਣ ਜਿਵੇਂ ਇੱਥੇ ਦੇਖੋ ਉਹ ਕਹਿੰਦੇ ਕਿ ਆਪਣੇ ਕੋਲੇ 3 ਕਲੌਜ਼ਸ ਹੈਗੇ ਆ, ਠੀਕ ਹੈ, ਜਿਨ੍ਹਾਂ ਚੋਂ 2 ਕਲੌਜ਼ ਕੀ ਆ ਇੰਡੀਪੈਂਡੈਂਟ ਨੇ, ਇੱਕ ਕੀ ਹੈਗਾ ਡਿਪੈਂਡੈਂਟ ਹੈਗਾ। ਇੱਥੋਂ ਤੱਕ ਆਪਾਂ ਡਨ ਕਰ ਲਿਆ। ਫਿਰ ਉਹ ਕਹਿੰਦੇ ਪੋਜੀਸ਼ਨ ਕਿੱਦਾਂ ਆ, ਮੰਨ ਲਓ ਕੇਸ ਸਿਨੈਰੀਓ ਤੁਹਾਡੇ ਕੋਲ ਫਸਟ ਪਲੇਸ ਤੇ ਤੁਹਾਡੇ ਕੋਲੇ ਡਿਪੈਂਡੈਂਟ ਕਲੌਜ਼ ਪਿਆ ਆ, ਮਤਲਬ ਕੋਈ ਡਿਪੈਂਡੈਂਟ ਗੱਲ ਕੀਤੀ ਹੈਗੀ ਆ, ਠੀਕ ਹੈ। ਜਿਹੜਾ ਸੈਕਿੰਡ ਤੇ ਥਰਡ ਪਲੇਸ ਹੈਗੀ ਆ, ਠੀਕ ਹੈ, ਸੈਕਿੰਡ ਤੇ ਥਰਡ ਪਲੇਸ ਦੇ ਉੱਤੇ ਆਪਣੇ ਕੋਲੇ 2 ਇੰਡੀਪੈਂਡੈਂਟ ਕਲੌਜ਼ ਆ। ਹੁਣ ਦੇਖੋ ਆਪਾਂ ਆ ਚੀਜ਼ ਪੜ੍ਹੀ ਸੀ ਕਿ ਜੇਕਰ ਮੇਰੇ ਕੋਲੇ 2 ਇੰਡੀਪੈਂਡੈਂਟ ਕਲੌਜ਼ਸ ਹੋਣਗੇ ਮੈਂ ਉਹਨਾਂ ਨੂੰ ਫੈਨ ਬॉयਜ਼ ਨਾਲ ਜੋੜੂੰਗੀ ਤੇ ਫੈਨ ਬॉयਜ਼ ਤੋਂ ਪਹਿਲਾਂ ਕੌਮਾ ਲੱਗੂਗਾ,
सेम रूल फॉलो हो रहा। देखो दो इंडिपेंडेंट क्लॉजेस है गया, ही अटेंडेड हिज ऑल क्लासेस बट ही वॉज कफिंग इन ऑल ऑफ दैम। तो उन्हें आपदियां सारियां क्लासां लाइयां पर सारियां क्लासां चों खंघ रहा सी। हुण देखो आपां इहनूं की कीता, आपां इहनूं फैन बॉयज नाल कनैक्ट कीता ते फैन बॉयज तो पहलां की कीता, आपां ने कॉमा लाया। इत्थों तक डन हो गई। उही चीज जिहड़ी आपां कंपाउंड सेंटेंसिस विच पढ़ी सी। हुण देखो कॉम्पलैक्स से आ गए। कॉम्पलैक्स विच मैं ये पढ़ाया सी कि जे पहली पोजीशन ते डिपेंडेंट क्लॉज आ रहा है, दूजी पोजीशन ते इंडिपेंडेंट क्लॉज आ रहा है, यू विल ऐड अ कॉमा। हुण देखो पहला स्ट्रक्चर पढ़दे आ, ऑल्दो राम वाज सिक, भावें कि राम बीमार सी, है ना। हुण देखो सबजैक्ट हैगा अपने कोले राम, हैल्पिंग वर्ब लगी हुई है, भावें कि राम बीमार सी, तो ये की हो गया, ये मेरे को एक डिपेंडेंट क्लॉज हो गया। सो मतलब की हैगा मेरे को फस्ट प्लेस से की पे आया, फस्ट प्लेस से मेरे को डिपेंडेंट क्लॉज पे आया, सैकेंड प्लेस से की पे आया, इंडिपेंडेंट क्लॉज पे आया। ते आपां ही रूल कीता सी कि जे फस्ट पोजीशन ते तुहाडे कोले डिपेंडेंट क्लॉज पे आया, सैकेंड ते तुहाडे कोले इंडिपेंडेंट क्लॉज पे आया, यू विल ऐड अ कॉमा। ते ओही चीज़ आपां इत्थे कीती आ। ठीक है, तो मतलब जिहड़ी चीज़ आपां क्लास सैकेंड च पढ़ी सी ते जिहड़ी चीज़ क्लास थर्ड च पढ़ी सी वो सारियां एप्लीकेबल होणगियां इत्थे। ठीक है, पंक्चुएशन मार्क का ही मसला हैगा, बाकी सारियां चीज़ां क्लॉज पढ़ लिया, इंडिपेंडेंट पढ़ लिया, डिपेंडेंट पढ़ लिया, सब कुछ कर लिया तुसीं, है ना। नैक्सट देखो हुण मैं केस सैकेंड की कीता, पहले नंबर ते इंडिपेंडेंट क्लॉज आ, ठीक है, सैकेंड प्लेस ते भी इंडिपेंडेंट क्लॉज आ, थर्ड प्लेस ते डिपेंडेंट क्लॉज है। मतलब डिपेंडेंट आप आ पढ़ते हैं, पहला डिपेंडेंट क्लॉज पहले ते पिया सी, हुण डिपेंडेंट क्लॉज दूजे नंबर ते आ गया। ठीक है, इनू आप पहला पढ़ते हैं। तो फस्ट प्लेस ते अपने कोले इंडिपेंडेंट क्लॉज आ, ठीक है जी। सैकेंड प्लेस ते अपने कोले डिपेंडेंट क्लॉज है, डन आ। थर्ड प्लेस ते अपने कोले फिर की आ गया, इंडिपेंडेंट क्लॉज, है ना। तो हुण आप देखो अगर इंडिपेंडेंट क्लॉज है तो डिपेंडेंट क्लॉज है, तो मैं क्या भी राम अटेंडेड ऑल हिज क्लासेस although he was sick, तो opposite हो गया, जो डिपेंडेंट क्लॉज सेकंड प्लेस से आ जाऊगा will not add a comma, so we have done same thing over here। तो आपा की कीता, कोई कॉमा ऐड नहीं कीता। थर्ड पोजीशन ते आपा ने की कीता, फैन बॉयज ऐड कीते, ते फैन बॉयज तो पहला आपा की कीता, कॉमा लाया, है ना, कि वो चीज़ जिहड़ा हैगा वो फिर भी वो खंगी जा रहा सी। ठीक है, हुण थर्ड केस सिनेरियो आ गया, अपने को डिपेंडेंट क्लॉज बिल्कुल पिछे चल गया। हुण देखो डिपेंडेंट क्लॉज बिल्कुल पिछे चल गया, हुण तुहानूं रूल याद ही होगा, दो इंडिपेंडेंट क्लॉजेस ने, दो इंडिपेंडेंट क्लॉजेस नूं फैन बॉयज नाल जोड़िया, कॉमा लाओगे, है ना। मैं क्या भी राम वॉज कफिंग ऑल हिज क्लासेस बट ही डिड नॉट टेक अ लीव, तो मैं क्या भी राम सारी क्लास खंगी गया पर उन्हें गया नहीं हैगा क्लास छड्ड के, है ना। तो आपां की कीता, दोनों नूं काहदे नाल ऐड कीता, वी हैव एडेड दैम बाय यूजिंग fan boys and before fan boys we have added a comma over here। उस तो बाद अगे चल गए, although he had a fever, भावें की। हुण देखो आ पोजीशन दे उत्ते अपने कोले इंडिपेंडेंट क्लॉज पे आया ते आ पोजीशन ते अपने कोले डिपेंडेंट क्लॉज पे आया, तो डिपेंडेंट क्लॉज जिहड़ा हैगा तुहाडे कोले एंड ते आ गया। ते आपां की कहा सी, इफ वी आर हैविंग एन इंडिपेंडेंट क्लॉज एट द फर्स्ट पोजीशन एंड डिपेंडेंट क्लॉज एट द सेकंड पोजीशन विल नॉट ऐड अ कॉमा। ठीक है जी, पंक्चुएशन मार्क क्लीयर हो गए। उही चीज़ उही रूल अपलाई करने आ ਜਿਹੜੇ ਤੁਸੀਂ ਜਿਹੜੀ ਹੈਗੇ ਆ ਲਾਸਟ ਦੋ ਕਲਾਸਿਸ ਦੇ ਵਿੱਚ ਪੜ੍ਹੇ ਆ। ਬਸ ਇਹਦੇ ਵਿੱਚ ਕੰਪਲੈਕਸ ਕੰਪਾਊਂਡ ਸਟਰਕਚਰਸ ਕੀ ਹੋ ਜਾਂਦੀਆਂ ਨੇ, ਵੈਨ ਵੀ ਆਰ ਟਾਕਿੰਗ ਇਟ ਇਨ ਦ ਟਰਮਸ ਆਫ 3 ਕਲੌਜ਼ਸ। ਜਦੋਂ ਆਪਣੇ ਕੋਲ 3 ਕਲੌਜ਼ ਇੱਕੋ ਸੈਂਟੈਂਸ ਦੇ ਵਿੱਚ ਆਪਾਂ ਐਡ ਕਰ ਦਿੰਨੇ ਹੈਗੇ ਆ, ਉਦੋਂ ਤੁਸੀਂ ਕਹਿਣੇ ਹੈਗੇ ਹੋ ਕਿ ਇਹ ਸਟਰਕਚਰ ਮੇਰੀ ਕਿਹੜੀ ਬਣੀ ਆ, ਕੰਪਲੈਕਸ ਕੰਪਾਊਂਡ ਸਟਰਕਚਰ ਬਣੀ ਹੈਗੀ ਆ। ਠੀਕ ਆ, ਹੁਣ ਜਿੱਦਾਂ ਮੈਂ ਕਹਾਂ, ਮੈਂ ਜਿਵੇਂ ਤੁਹਾਨੂੰ ਟੌਪਿਕ ਆ ਜਾਂਦਾ ਹੈਗਾ ਹੈ ਨਾ ਐਸੇ ਦੇ ਵਿੱਚ ਕਿ ਕਿਸੇ ਚੀਜ਼ ਦੇ ਪੋਜ਼ਿਟਿਵ ਜਾਂ ਨੈਗੇਟਿਵਸ ਦੱਸਣੇ ਹੈਗੇ ਆ ਤੁਸੀਂ, ਤਾਂ ਜਿੱਦਾਂ ਮੈਂ ਆਪਾਂ ਕਹਿਣੇ ਹੁੰਦੇ ਆ ਨਾ, ਜਿੱਦਾਂ ਮੈਂ ਗੱਲ ਕੀਤੀ ਕਿ ਟੈਕਨੋਲੋਜੀ ਦੇ, ਮੈਂ ਕਿਹਾ ਵੀ ਭਾਵੇਂ ਕਿ ਟੈਕਨੋਲੋਜੀ ਦੇ ਕੁਝ ਨੁਕਸਾਨ ਹੈਗੇ ਆ ਪਰ ਮੈਨੂੰ ਲੱਗਦਾ ਇਹਦੇ ਫਾਇਦੇ ਜ਼ਿਆਦਾ ਆ, ਤੇ ਇਹੀ ਚੀਜ਼ ਮੈਂ ਆਉਣ ਵਾਲੇ ਪੈਰਾਗ੍ਰਾਫ 'ਚ ਡਿਸਕਸ ਕਰੂੰਗੀ, ਹੈ ਨਾ। ਜਿੱਦਾਂ ਤੁਸੀਂ ਆਪਣੇ ਐਸੇ ਦੀ ਬਿਗਨਿੰਗ ਕਰਦੇ ਹੋ, ਤਾਂ ਜਿੱਦਾਂ ਮੈਂ ਸਟਰਕਚਰ ਬਣਾਈ, ਮੈਂ ਆਲਦੋ ਤੋਂ ਸ਼ੁਰੂ ਕੀਤਾ। मैं क्या भी although there are few drawbacks of technology, ਹੁਣ देखो डिपेंडेंट है, ਭਾਵੇਂ ਕਿ ਟੈਕਨੋਲੋਜੀ ਦੇ ਕੁਝ ਨੁਕਸਾਨ ਹੈਗੇ ਆ, ਤਾਂ that means now you are expecting some more information from my side।
ਭਾਵਾਂ ਕਿ ਇਹਦੇ ਕੁਛ ਨੁਕਸਾਨ ਹੈਗੇ ਆ। ਨਾਓ ਆਈ ਨੀਡ ਟੂ ਐਡ ਐਡੀਸ਼ਨਲ ਇਨਫੋਰਮੇਸ਼ਨ, ਹੈ ਨਾ। ਮੈਂ ਕਿਹਾ ਵੀ ਆਈ ਜਿੱਦਾਂ ਤੁਹਾਨੂੰ ਕਹਿੰਦੇ ਨਹੀਂ ਹੁੰਦੇ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ ਐਂਡ ਵਟ ਇਜ਼ ਯੋਰ ਓਪੀਨੀਅਨ, ਕੁਛ ਇੱਦਾਂ ਦੇ ਆਪਣੇ ਕੋਲੇ ਕੁਐਸਚਨਸ ਆ ਜਾਂਦੇ ਆ, ਹੈ ਨਾ। ਤਾਂ ਮੈਂ ਕੀ ਕਿਹਾ, ਮੈਂ ਕਿਹਾ ਵੀ ਆਲਦੋ ਦੇयर ਆਰ ਫਿਊ ਡਰਾਬੈਕਸ ਆਫ ਟੈਕਨੋਲੋਜੀ, ਆਈ ਬਲੀਵ it is beneficial for the mankind and the same has been discussed in the following paragraphs। ਤਾਂ ਮੈਂ ਕਿਹਾ ਵੀ ਉਹੀ ਚੀਜ਼ ਮੈਂ ਕੀ ਕਰ ਰਹੀ ਹਾਂ, ਫੋਲੋਇੰਗ ਪੈਰਾਗ੍ਰਾਫਸ ਦੇ ਵਿੱਚ ਡਿਸਕਸ ਕਰ ਰਹੀ ਹਾਂ। ਹੁਣ ਤੁਸੀਂ ਦੇਖੋ ਧਿਆਨ ਨਾਲ, ਭਾਵੇਂ ਕਿ ਟੈਕਨੋਲੋਜੀ ਦੇ ਕੁਝ ਨੁਕਸਾਨ ਹੈਗੇ ਆ, ਪਰ ਇੱਥੇ ਜਿਹੜਾ ਰਾਜੇ ਤੁਹਾਡਾ ਕੌਮਾ ਹੈਗਾ, ਇਹ ਤੁਹਾਡਾ ਕੌਮਾ ਬਟ ਦਾ ਕੰਮ ਕਰਨ ਦਿਆ, ਤਾਂ ਸਾਨੂੰ ਐਕਸਟਰਨਲੀ ਬਟ ਐਡ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਆ। ਅਗਰ ਤੁਸੀਂ ਇੱਥੇ ਬਟ ਐਡ ਕਰੋਗੇ, ਕੌਮਾ ਨਹੀਂ ਲਾਓਗੇ, ਬਟ ਯੂਜ਼ ਕੀਤਾ ਹੈ ਨਾ, ਜਾਂ ਕੌਮਾ ਤੇ ਬਟ ਯੂਜ਼ ਦੋਨੋਂ ਕਰ ਲਏ, ਜੇ ਆਪਾਂ ਇੱਥੇ ਬਟ ਯੂਜ਼ ਕਰਾਂਗੇ ਕੌਮਾ ਦੀ ਬਜਾਏ, ਤਾਂ ਉਸ ਕੇਸ ਸਿਨੈਰੀਓ ਦੇ ਵਿੱਚ ਤੁਹਾਡੀ ਸੈਂਟੈਂਸ ਸਟਰਕਚਰ ਖਰਾਬ ਹੋ ਜਾਊਗੀ, TCS ਨਹੀਂ ਰਹਿਣੀ ਇਹ। ਕਿਉਂ? ਕਿਉਂਕਿ ਆਪਣੇ ਕੋਲੇ ਆਪਾਂ ਕਿਹਾ ਆ ਫੈਨ ਬॉयਜ਼ ਕੰਪਾਊਂਡ ਸੈਂਟੈਂਸਿਸ ਕਿਹੜੇ ਹੁੰਦੇ ਆ, ਜਿਹਦੇ ਚ ਫੈਨ ਬॉयਜ਼ ਨੂੰ ਆਪਾਂ ਐਡ ਕੀਤਾ ਆ ਦੋ ਇੰਡੀਪੈਂਡੈਂਟ ਕਲੌਜ਼ਸ ਦੇ ਵਿੱਚ, ਬਟ ਇਸ ਕੇਸ ਸਿਨੈਰੀਓ ਦੇ ਵਿੱਚ ਆਹ ਵਾਲਾ ਕਲੌਜ਼ ਆਪਣਾ ਡਿਪੈਂਡੈਂਟ ਆ, ਤਾਂ ਮਤਲਬ ਤੁਹਾਡੀ ਕੰਪਾਊਂਡ ਸੈਂਟੈਂਸ ਨਹੀਂ ਬਣਿਆ। ਤੇ ਕੰਪਲੈਕਸ ਦੇ ਵਿੱਚ ਆਪਾਂ ਫੈਨ ਬॉयਜ਼ ਐਡ ਕਰਦੇ ਨਹੀਂ ਹੈਗੇ, ਸੋ ਨਾ ਹੀ ਕੰਪਲੈਕਸ ਬਣਿਆ ਨਾ ਹੀ ਕੰਪਾਊਂਡ ਬਣਿਆ, ਠੀਕ ਆ। ਸੋ ਦੈਟ ਮੀਨਸ ਆਪਣੇ ਕੋਲੇ ਸੈਂਟੈਂਸ ਮਤਲਬ ਗ੍ਰਾਮੈਟਿਕਲੀ ਗਲਤ ਨਹੀਂ ਹੈਗਾ। ਅਗਰ ਤੁਸੀਂ ਨਿਊਜ਼ਪੇਪਰ ਤੇ ਪੜ੍ਹ ਰਹੇ ਹੋ, ਇਟ ਇਜ਼ ਰਾਈਟ, ਇਟ ਇਜ਼ ਅ ਸੈਂਟੈਂਸ ਫਾਰਮੇਸ਼ਨ, ਬਟ ਯੂ ਵੋਂਟ ਬੀ ਗੈਟਿੰਗ ਮਾਰਕਸ ਫॉर ਇਟ, ਰਾਈਟ, ਠੀਕ ਆ। ਸੋ ਮੈਂ ਕੀ ਕਿਹਾ, ਮੈਂ ਕਿਹਾ ਵੀ ਪਰ I believe it is beneficial for the mankind, ਪਰ ਮੈਨੂੰ ਲੱਗਦਾ ਹੈ mankind ਵਾਸਤੇ beneficial ਹੈ, and the same has been discussed, ਤੇ same ਚੀਜ਼ ਜਿਹੜੀ ਹੈਗੀ ਆ ਮੈਂ ਆਉਣ ਵਾਲੇ ਪੈਰਾਗ੍ਰਾਫ 'ਚ ਡਿਸਕਸ ਕੀਤੀ ਹੈ। So basically you have talked about both the perspective and you have given your opinion। ਤਾਂ ਇਹ ਚੀਜ਼ ਨੂੰ ਤੁਸੀਂ ਜਿਹੜਾ ਹੈਗਾ, ਇਹ ਤੁਹਾਡੀ CCS ਸਟਰਕਚਰ ਹੈਗੀ ਆ, ਜਿਹੜੀ ਤੁਸੀਂ ਕਿੱਥੇ ਯੂਜ਼ ਕੀਤੀ ਹੈਗੀ ਆ ਆਪਦੇ ਐਸੇ ਦੇ ਇੰਟਰੋ ਦੇ ਵਿੱਚ, ਹੈ ਨਾ। ਗ੍ਰਾਫ ਦੇ ਵਿੱਚ ਵੀ ਕਹਿ ਸਕਦੇ ਹੈਗੇ ਹੋ। ਮੈਂ ਕਿਹਾ ਦਾ ਟੇਬਲ ਗ੍ਰਾਫ ਆਲਦੋ ਕਿਸੇ ਵੀ ਚੀਜ਼ ਦੀ ਆਪਾਂ ਜਿੱਦਾਂ ਟੇਬਲ ਗ੍ਰਾਫਸ ਬਣਾਏ ਹੈਗੇ ਆ ਨਾ, ਮੈਂ ਕਿਹਾ ਵੀ ਆਹ ਚੀਜ਼ ਇਨਕਰੀਜ਼ ਕਰ ਰਹੀ ਹੈ, ਇਹਦੇ 'ਚ ਡਿਕਲਾਈਨ ਆਇਆ, ਤੇ ਇਹੀ ਚੀਜ਼ ਥੱਲੇ ਡਿਸਕਸ ਕੀਤੀ ਗਈ ਹੈ। ਤਾਂ ਤੁਸੀਂ ਕੀ ਕੀਤਾ, ਆਲਦੋ ਦੀ ਸਟਰਕਚਰ ਲਾ ਲਈ, ਠੀਕ ਹੈ। ਸੋ ਇਹ ਸਟਰਕਚਰਸ ਨੂੰ ਪ੍ਰੈਕਟਿਸ ਕਰਨੀ ਆ, ਕੋਸ਼ਿਸ਼ ਕਰਨੀ ਆ ਵੀ CCS ਸਟਰਕਚਰਸ ਆਪਾਂ ਐਗਜ਼ਾਮ ਦੇ ਵਿੱਚ ਬਣਾ ਕੇ ਆਈਏ, ਠੀਕ ਹੈ। ਸੋ ਇਹ ਆਪਣੀ ਜਿਹੜੀ ਹੈਗੀ ਆ ਸੈਂਟੈਂਸ ਸਟਰਕਚਰ ਵਾਲੀ ਸੀਰੀਜ਼ ਦਾ ਲਾਸਟ ਰਜੇ ਆਈਡ ਸੇ ਕਿ ਲਾਸਟ ਲੈਕਚਰ ਹੈਗਾ ਆ, ਠੀਕ ਹੈ। ਆਈ ਹੋਪ ਯੂ ਆਰ ਏਬਲ ਟੂ ਅੰਡਰਸਟੈਂਡ ਆਲ ਦ ਥਿੰਗਸ ਦੈਟ ਆਈ ਹੈਵ ਡਿਸਕਸਡ ਇਨ ਦ ਪ੍ਰੀਵੀਅਸ ਲੈਕਚਰਸ ਐਜ਼ ਵੈਲ। ਸੋ ਇਨ ਕੇਸ ਯੂ ਕਮ ਅਕ੍ਰੋਸ ਐਨੀ ਪ੍ਰੋਬਲਮ, ਹੁਣ ਦੇਖੋ ਮੈਨੂੰ ਇਨ ਕੇਸ ਲਾਇਆ, ਮੈਨੂੰ ਲੱਗਦਾ ਤੁਹਾਨੂੰ ਕੋਈ ਇਸ਼ੂ ਨਹੀਂ ਆਉਣਾ ਹੈਗਾ, ਠੀਕ ਹੈ। ਜਦੋਂ ਪ੍ਰੋਬੇਬਿਲਿਟੀ ਲੋ ਹੁੰਦੀ ਹੈ, ਜਿਵੇਂ ਮੈਂ ਕਹਾਂ ਇਫ ਯੂ ਕਮ ਅਕ੍ਰੋਸ ਐਨੀ ਪ੍ਰੋਬਲਮ, ਮੈਨੂੰ ਪਤਾ ਤੁਹਾਨੂੰ ਪ੍ਰੋਬਲਮ ਆਊਗੀ, ਹੈ ਨਾ। ਮੈਂ ਕਿਹਾ ਵੀ ਇਨ ਕੇਸ ਯੂ ਕਮ ਅਕ੍ਰੋਸ, ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਇਸ਼ੂ ਆਊਗਾ। ਸੋ ਮੈਂ ਕੀ ਕਿਹਾ, ਮੈਂ ਕਿਹਾ in case you come across any type of issue in these lectures, you can comment me, so I'll try to answer all the questions that you have। So thank you everyone for joining us, and that's it।